किसान अकैडमी के ऑनलाइन प्लेटफॉर्म के उपर तुहाडा स्वागत है। जिवें कि तुहानूं पता ही है कि आपां पंजाब पुलिस कांस्टेबल का बैच स्टार्ट करन जा रहे हैं। जिहड़े बच्चे भी इंटरस्टिड ने, जिहड़े भी कांस्टेबल के पेपर की प्रैपरेशन करना चाहुंदे ने, वो साडे नाल उस बैच दे विच एनरोल हो सकते हैं, जिहदी प्रैपरेशन जो मतलब पूरा कोर्स आ तुहाडा साडी एक ऐप किसान अकैडमी की अपनी ऐप के उपर ही तुहानूं सारा कोर्स प्रोवाइड किया जाऊगा। ये तुहाडे लई डैमो क्लासिस ने, क्योंकि तुसीं मेरे नाल जीके करोगे तो जीके दे लई जिहड़ियां तुहाडीआं डैमो क्लासिस ने वो तुहानूं प्रोवाइड कीतियां जा रही ने। बाकी जो सबजैक्ट्स ने उन्हां दीआं क्लासिस भी तुहानूं नाल दी नाल ही प्रोवाइड कीतियां जाणगीआं डैमो क्लासिस। तां आपां स्टार्ट करदे हां। ਜਿਹੜਾ ਤੁਹਾਡੇ ਜਦੋਂ ਅਸੀਂ ਤੁਹਾਡੇ ਜੀਕੇ ਦੇ ਪੋਰਸ਼ਨ ਨੂੰ ਦੇਖਦੇ ਹਾਂ, ਤੁਹਾਡੇ ਸਿਲੇਬਸ ਨੂੰ ਦੇਖਦੇ ਹਾਂ, ਤਾਂ ਸਭ ਤੋਂ ਪਹਿਲਾ ਪੋਰਸ਼ਨ ਹੀ ਤੁਹਾਡਾ ਹੈ ਜੀਕੇ ਦਾ। ਤੇ ਉਹਦੇ 'ਚ ਜੋ ਪਹਿਲਾ ਪਾਰਟ ਦਿੱਤਾ ਹੋਇਆ ਹੈ ਇੰਡੀਅਨ ਕਨਸਟੀਟਿਊਸ਼ਨ, ਠੀਕ ਹੈ ਜੀ, ਮੋਸਟ ਇੰਪੋਰਟੈਂਟ ਆ। ਅਗੇਨ ਇਹ ਸਿਰਫ ਪੰਜਾਬ ਪੁਲਿਸ ਦੇ ਲਈ ਨਹੀਂ, ਜਿੱਥੇ ਵੀ ਤੁਹਾਨੂੰ ਪੋਲਿਟੀ ਆਊਗੀ, ਜਿੱਥੇ ਵੀ ਤੁਹਾਨੂੰ ਪੋਲੀਟੀਕਲ ਆਊਗਾ, ਜਿਵੇਂ ਇੱਥੇ ਆਖਾ ਸੁਪਰਵਾਈਜ਼ਰ, ਤਾਂ ਇਹ ਸੁਪਰਵਾਈਜ਼ਰ ਦੇ ਪੇਪਰ ਲਈ ਵੀ ਡੈਮੋ ਕਲਾਸ ਹੋ ਸਕਦੀ ਹੈ, ਕਿਉਂਕਿ ਪੋਲਿਟੀ, ਹਿਸਟਰੀ, ਜੀਓਗ੍ਰਾਫੀ ਉਹਨਾਂ ਨੂੰ ਵੀ ਕਾਮਨ ਆ, ਠੀਕ ਹੈ। ਤਾਂ ਇੱਕ ਤਰੀਕੇ ਨਾਲ ਦੋਨਾਂ ਦੇ ਲਈ ਡੈਮੋ ਕਲਾਸਿਸ ਹੋ ਸਕਦੀਆਂ ਨੇ। ਜਿਹੜੇ ਬੱਚੇ ਵੀ ਸੁਪਰਵਾਈਜ਼ਰ, ਆਂਗਨਵਾੜੀ ਸੁਪਰਵਾਈਜ਼ਰ ਦੀ ਪ੍ਰੈਪਰੇਸ਼ਨ ਕਰ ਰਹੀਆਂ ਨੇ, ਜਿਹੜੀਆਂ ਗਰਲਸ, ਉਹ ਵੀ ਇਹਨਾਂ ਦੇ ਥਰੂ ਬੈਚ ਦੇ ਵਿੱਚ ਇਨਰੋਲ ਹੋ ਸਕਦੀਆਂ ਨੇ, ਠੀਕ ਹੈ। ਜਿਹੜਾ ਬੈਚ, ਕਿਉਂਕਿ ਸੁਪਰਵਾਈਜ਼ਰ ਦੇ ਲਈ ਸਾਡਾ ਇੱਕ ਅਲੱਗ ਬੈਚ ਬਣੂਗਾ, ਪੰਜਾਬ ਪੁਲਿਸ ਕਾਂਸਟੇਬਲ ਦੇ ਲਈ ਅਲੱਗ ਬੈਚ ਬਣੂਗਾ, ਠੀਕ ਹੈ। ਕੁਛ ਟੌਪਿਕਸ ਅਲੱਗ ਨੇ, ਤਾਂ ਉਹ ਦੋਨਾਂ ਜਿਹੜੀਆਂ ਕਲਾਸਿਸ ਨੇ ਉਹਨਾਂ ਦੇ ਵਿੱਚ ਦੋਨੋਂ ਬੈਚਸ ਦੇ ਵਿੱਚ ਉਹ ਅਲੱਗ-ਅਲੱਗ ਹੀ ਕਰਵਾਏ ਜਾਣਗੇ, ਠੀਕ ਹੈ ਜੀ, ਕਲੀਅਰ। ਤਾਂ ਜਿਹੜੇ ਇੰਡੀਅਨ ਕਨਸਟੀਟਿਊਸ਼ਨ ਅਸੀਂ ਸਟਾਰਟ ਕਰਦੇ ਹਾਂ, ਸਾਡੇ ਕੋਲ ਇੰਡੀਅਨ ਕਨਸਟੀਟਿਊਸ਼ਨ ਦੇ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ, ਵੈਸੇ ਹੈ ਕੀ, ਠੀਕ ਹੈ। ਜੇ ਅਸੀਂ ਆਖੀਏ ਤਾਂ ਅਸਲ ਦੇ ਵਿੱਚ ਇੱਕ ਲਾਅ ਆ, ਠੀਕ ਹੈ, ਸੁਪਰੀਮ ਲਾਅ ਆ, ਸਰਵਉੱਚ ਲਾਅ ਆ ਭਾਰਤ ਦਾ, ਜਿਹਦੇ ਆਧਾਰ ਦੇ ਉੱਪਰ ਜਾਂ ਆਪਾਂ ਕਿ ਉਹ ਦਸਤਾਵੇਜ਼ ਆ ਜਿਹਦੇ ਆਧਾਰ ਦੇ ਉੱਪਰ ਭਾਰਤ ਦੀ ਸਰਕਾਰ ਆਪਣਾ ਸਾਰਾ ਕਾਰਜ ਕਰਦੀ ਹੈ, ਠੀਕ ਹੈ। ਇੱਕ ਤਰੀਕੇ ਨਾਲ ਕਾਰਜ ਕਰਨ ਦੇ ਲਈ ਸਰਕਾਰ ਨੂੰ ਹੈਲਪ ਕਰਦੀ ਹੈ ਸਾਡੀ ਇੱਕ ਲਾਅ ਬੁੱਕ, ਠੀਕ ਹੈ। ਸਾਡੇ ਲਈ ਜਿਹੜੀ ਚੀਜ਼ ਇੰਪੋਰਟੈਂਟ ਆ, ਅਗੇਨ ਮੈਂ ਸਿਰਫ ਇੱਥੇ ਕੀ ਪੁਆਇੰਟਸ ਕਰਵਾਉਂਗੀ, ਬਹੁਤ ਚੀਜ਼ਾਂ ਨੇ ਜਿਹੜੀਆਂ ਮੈਂ ਥਿਊਰੀ ਦੇ ਵਿੱਚ ਸਕਿਪ ਕਰੂੰਗੀ ਨਾ, ਕੀ ਪੁਆਇੰਟਸ ਕਰਵਾਉਂਗੀ, ਬਟ ਮੇਰਾ ਇਸ ਵਾਰ ਮੇਨ ਫੋਕਸ ਆ ਜਿਹੜਾ ਤੁਹਾਡੇ MCQs ਦੇ ਉੱਪਰ ਹੀ ਰਹੂਗਾ। ਤਾਂ ਤੁਹਾਨੂੰ ਲਗਾਤਾਰ ਜਿਹੜੇ MCQs ਨੇ ਥਿਊਰੀ ਵੀ ਕਰਾਈ ਜਾਏਗੀ, ਬਟ ਉਹਨੂੰ ਕਨਸੈਪਟ ਸਮਝਾਉਣ ਦੇ ਲਈ ਕਰਵਾਇਆ ਜਾਊਗਾ। ਤੁਹਾਡੇ ਜਿਹੜੇ ਕੁਝ ਪੁਆਇੰਟਸ ਜਿਹੜੇ ਮੈਂ ਥਿਊਰੀ ਦੇ ਵਿੱਚ ਨਹੀਂ ਕਰਵਾਉਂਗੀ, ਉਹ ਤੁਹਾਨੂੰ MCQs ਦੇ ਵਿੱਚ ਕਵਰ ਕਰਵਾ ਦਿੱਤੇ ਜਾਣਗੇ, ਠੀਕ ਹੈ। ਵੈਸੇ ਤੁਹਾਨੂੰ ਕਿਉਂਕਿ ਜੀਕੇ ਆ ਰਹੀ ਆ, ਤਾਂ ਵੈਸੇ ਕਨਸਟੀਟਿਊਸ਼ਨ ਬਹੁਤ ਡੀਪ ਆ, ਤੁਹਾਨੂੰ ਸਿਰਫ ਬੇਸਿਕ ਤੋਂ ਹੀ ਪੁੱਛਿਆ ਜਾਊਗਾ, ਇਸ ਕਰਕੇ ਜੋ ਬੇਸਿਕ ਹੈ ਉਹਦੇ ਬਾਰੇ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਜਿਹੜੀ ਕਨਸਟੀਟਿਊਸ਼ਨ ਅਸੈਂਬਲੀ ਆ, ਕਿਉਂਕਿ ਸੰਵਿਧਾਨ ਬਣਾਉਣ ਦੇ ਲਈ ਭਾਰਤ ਦੇ ਵਿੱਚ ਇੱਕ ਕਨਸਟੀਟਿਊਸ਼ਨ ਅਸੈਂਬਲੀ ਸੰਵਿਧਾਨ ਸਭਾ ਦੀ ਸਥਾਪਨਾ ਹੋਈ ਸੀ, ਠੀਕ ਹੈ। ਉਸ ਸੰਵਿਧਾਨ ਸਭਾ ਦੀ ਸਥਾਪਨਾ ਦਾ ਆਧਾਰ ਕਿਵੇਂ ਤਿਆਰ ਹੋਇਆ? ਪਹਿਲਾਂ ਤਾਂ ਅਸੀਂ ਆਖੀਏ ਕਿ ਇਹਦੀ ਜਿਹੜੀ ਮੰਗ ਆ ਸੰਵਿਧਾਨ ਸਭਾ ਹੋਣੀ ਚਾਹੀਦੀ ਆ, ਇਹਦਾ ਆਈਡੀਆ ਸੀ ਜਿਹੜਾ 1924 ਈਸਵੀ ਦੇ ਵਿੱਚ ਹੀ ਸਵਰਾਜ ਪਾਰਟੀ ਨੇ ਦਿੱਤਾ ਸੀ, ਠੀਕ ਹੈ ਜੀ। 1924 ਈਸਵੀ ਦੇ ਵਿੱਚ ਹੀ ਸਵਰਾਜ ਪਾਰਟੀ ਨੇ ਇਹ ਕਿਹਾ ਸੀਗਾ ਕਿ ਭਾਰਤ ਦੇ ਵਿੱਚ ਜਿਹੜੀ ਆਪ ਦਾ ਸੰਵਿਧਾਨ ਹੋਣਾ ਚਾਹੀਦਾ ਤੇ ਆਪਦੀ ਹੀ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ। ਤੇ ਉਸ ਤੋਂ ਬਾਅਦ 1934 ਈਸਵੀ ਦੇ ਵਿੱਚ ਵੀ MN ਰਾਏ ਨੇ ਸੇਮ ਆਈਡੀਆ ਦਿੱਤਾ ਕਿ ਜਿਹੜਾ ਸੰਵਿਧਾਨ ਸਭਾ ਹੈਗੀ ਉਹ ਭਾਰਤ ਦੇ ਵਿੱਚ ਆਪਣੀ ਸੈਟਅਪ ਹੋਵੇ ਤੇ ਉਹੀ ਭਾਰਤ ਦੇ ਵਿੱਚ ਕੀ ਤਿਆਰ ਕਰੇ, ਭਾਰਤ ਦਾ ਸੰਵਿਧਾਨ। ਇਸ ਕਰਕੇ ਆਖਿਆ ਜਾਂਦਾ ਕਿ ਜਿਹੜਾ ਭਾਰਤੀ ਸੰਵਿਧਾਨ ਅਸਲ ਦੇ ਵਿੱਚ, ਠੀਕ ਹੈ, ਸੰਸਾਰ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ, ਠੀਕ ਹੈ, ਸਭ ਤੋਂ ਵੱਡਾ ਲਿਖਤੀ ਸੰਵਿਧਾਨ ਆ ਜਿਹੜਾ ਕਿ ਸੰਸਾਰ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਜਿਹਨੂੰ ਅਸੀਂ ਆਖ ਸਕਦੇ ਹਾਂ, ਉਹਨੂੰ ਤਿਆਰ ਕਿਹਨੇ ਕੀਤਾ ਹੈਗਾ? ਇੱਥੋਂ ਦੇ ਹੀ ਲੋਕਾਂ ਨੇ, ਠੀਕ ਹੈ। ਕਿਉਂਕਿ ਜਿਹੜਾ ਜਿਹੜੀ ਸੰਵਿਧਾਨ ਸਭਾ ਇੱਥੇ ਸੈਟਅਪ ਕੀਤੀ ਗਈ ਸੀ, ਅਸਲ ਦੇ ਵਿੱਚ ਇੱਥੋਂ ਦੇ ਜੋ ਲੋਕ ਸੀਗੇ ਉਹਨਾਂ ਦੇ ਮਤਲਬ ਇੱਕ ਪਾਰਟਿਸਪੇਸ਼ਨ ਇੱਕ ਗਰੁੱਪ ਦੇ ਦੁਆਰਾ ਹੀ ਕੀਤੀ ਗਈ ਸੀ। ਜੇ ਅਸੀਂ ਆਖੀਏ ਤਾਂ ਜਿਹੜੀ ਸੰਵਿਧਾਨ ਸਭਾ ਸੀ, ਕਿਉਂਕਿ ਉਸ ਟਾਈਮ ਤੇ ਅੰਗਰੇਜ਼ਾਂ ਦਾ ਰੂਲ ਸੀ, 1947 ਤੱਕ ਤੋਂ ਪਹਿਲਾਂ ਨਾ ਅੰਗਰੇਜ਼ਾਂ ਦਾ ਰੂਲ ਸੀਗਾ, ਤਾਂ ਜਿਹੜੇ ਅੰਗਰੇਜ਼ਾਂ ਦੇ ਅੰਡਰ ਹੀ ਕਿਉਂਕਿ ਮੰਗ ਕਰ ਰਹੇ ਸੀਗੇ ਭਾਰਤੀ ਲੋਕ ਸੰਵਿਧਾਨ ਸਭਾ ਦੀ, ਤਾਂ ਇਸ ਕਰਕੇ ਇੱਕ ਕੈਬਨਿਟ ਮਿਸ਼ਨ ਦੀ ਸਥਾਪਨਾ ਹੋਈ। ਇੱਕ ਕੈਬਨਿਟ ਮਿਸ਼ਨ ਆਇਆ, ਇਸ ਤੋਂ ਪਹਿਲਾਂ ਕ੍ਰਿਪਸ ਮਿਸ਼ਨ ਵੀ ਆਇਆ ਸੀ। ਕ੍ਰਿਪਸ ਮਿਸ਼ਨ ਨੇ ਜੋ ਵਿਚਾਰ ਦਿੱਤੇ ਉਹ ਸਵੀਕਾਰ ਨਹੀਂ ਕੀਤੇ ਗਏ, ਤਾਂ ਉਸ ਤੋਂ ਬਾਅਦ ਦੁਬਾਰਾ ਜਿਹੜਾ ਕੈਬਨਿਟ ਮਿਸ਼ਨ 1946 ਈਸਵੀ ਦੇ ਵਿੱਚ ਭੇਜਿਆ ਗਿਆ, ਜਿਹਦੇ ਵਿੱਚ ਸਟੈਨਫੋਰਡ, ਕ੍ਰਿਪਸ, ਲਾਰਡ ਪੈਂਥਰਿਕ, ਲਾਰੈਂਸ ਤੇ ਅਲੈਗਜ਼ੈਂਡਰ ਤਿੰਨ ਜਿਹੜੇ ਵਿਅਕਤੀ ਇਹਦੇ ਵਿੱਚ ਆਏ ਸੀ, ਜਿਨ੍ਹਾਂ ਨੇ ਜੋ ਸੰਵਿਧਾਨ ਸਭਾ ਦਾ ਜੋ ਸਰੂਪ ਦਿੱਤਾ, ਉਸੇ ਸਰੂਪ ਨੂੰ ਅਡਾਪਟ ਕੀਤਾ ਗਿਆ ਭਾਰਤ ਦੇ ਵਿੱਚ। ਤਾਂ ਸੰਵਿਧਾਨ ਸਭਾ ਬਣਾਉਣ ਦੇ ਵਿੱਚ ਕੈਬਨਿਟ ਮਿਸ਼ਨ ਦਾ ਰੋਲ ਆ ਜਿਹੜਾ ਉਹ ਕਾਫੀ ਇੰਪੋਰਟੈਂਟ ਆ। ਉਸ ਤੋਂ ਬਾਅਦ ਜੇ ਅਸੀਂ ਸੰਵਿਧਾਨ ਸਭਾ ਕਿਉਂਕਿ ਬਣਨੀ ਸਟਾਰਟ ਹੋ ਗਈ, ਤਾਂ ਜਦੋਂ ਸੰਵਿਧਾਨ ਸਭਾ ਦੀ ਗੱਲ ਹੋਈ, ਇਹ ਆਖਿਆ ਗਿਆ ਕਿ ਇਹਦੇ ਟੋਟਲ 399 ਮੈਂਬਰ ਹੋਣੇ ਚਾਹੀਦੇ ਆ, 389 ਮੈਂਬਰ ਹੋਣੇ ਚਾਹੀਦੇ ਆ, ਜਿਹਦੇ ਵਿੱਚੋਂ 292 ਬ੍ਰਿਟਿਸ਼ ਹੋਣ,
4 ਆ ਜਿਹੜੇ 4 ਚੀਫ ਕਮਿਸ਼ਨਰ ਖੇਤਰਾਂ ਦੇ ਵਿੱਚੋਂ ਲਏ ਜਾਣ ਤੇ 93 ਦੇਸੀ ਰਿਆਸਤਾਂ ਦੇ ਜਿਹੜੇ ਪ੍ਰਤੀਨਿਧੀ ਆ ਉਹ ਇਹਦੇ 'ਚ ਹਿੱਸਾ ਲੈਣਗੇ। ਤਾਂ ਟੋਟਲ ਕਿੰਨੇ ਹੋ ਗਏ 399। ਪਰ ਬਾਅਦ ਦੇ ਵਿੱਚ ਸ਼ੁਰੂ ਦੇ ਵਿੱਚ ਤਾਂ 399 ਸੀ, ਠੀਕ ਹੈ। ਬਾਅਦ ਦੇ ਵਿੱਚ ਜਦੋਂ 1947 ਈਸਵੀ ਦੇ ਵਿੱਚ ਪਾਰਟੀਸ਼ਨ ਹੁੰਦੀ ਆ ਤਾਂ ਜਿਹੜੇ ਮੁਸਲਿਮ ਸੀਗੇ ਉਹ ਪਾਕਿਸਤਾਨ ਦੇ ਵਿੱਚ ਚਲੇ ਗਏ ਤੇ ਭਾਰਤੀ ਆ ਜਿਹੜੇ ਇੰਡੀਆ ਦੇ ਵਿੱਚ ਰਹਿ ਗਏ ਹਨਾ। ਤਾਂ ਉਦੋਂ ਜਿਹੜੀ ਗਿਣਤੀ ਆ ਕਿੰਨੀ ਰਹਿ ਗਈ ਜਦੋਂ ਆਜ਼ਾਦੀ ਮਿਲਦੀ ਆ ਭਾਰਤ ਨੂੰ 299, ਠੀਕ ਹੈ ਜੀ। ਤਾਂ ਪਾਰਟੀਸ਼ਨ ਦੇ ਸਮੇਂ 299 ਗਿਣਤੀ ਰਹਿ ਗਈ ਇਹਨਾਂ ਦੀ। ਉਸ ਤੋਂ ਪਹਿਲਾਂ ਕਿੰਨੀ ਸੀ 399। ਉਸ ਤੋਂ ਬਾਅਦ 9 ਕਿਉਂਕਿ ਇਸ ਡਿਊਰਿੰਗ ਹੀ ਆ ਜਿਹੜੀ 1946 ਈਸਵੀ ਦੇ ਵਿੱਚ ਹੀ ਸੰਵਿਧਾਨ ਸਭਾ ਦੀ ਕੀ ਹੋ ਜਾਂਦੀ ਆ ਸਥਾਪਨਾ, ਠੀਕ ਹੈ। 1946 ਦੇ ਵਿੱਚ ਕੀ ਹੋ ਜਾਂਦਾ ਸੰਵਿਧਾਨ ਸਭਾ ਦੀ ਸਥਾਪਨਾ ਕਰ ਦਿੱਤੀ ਜਾਂਦੀ ਆ। ਉਸ ਤੋਂ ਬਾਅਦ 9 ਦਸੰਬਰ ਨੂੰ ਪਹਿਲੀ ਮੀਟਿੰਗ ਸੰਵਿਧਾਨ ਸਭਾ ਦੀ ਪਹਿਲੀ ਫਰਸਟ ਮੀਟਿੰਗ ਹੁੰਦੀ ਆ ਜਿਹਨੂੰ ਐਡਰੈਸ ਕੌਣ ਕਰਦੇ ਹੈਗੇ ਆ JB कृपालनी, ठीक है। JP कृपालनी ने ਜਿਹੜੇ JP कृपालनी ਇਸ ਪਹਿਲੀ ਜੋ ਹੈ ਮੀਟਿੰਗ ਉਹਨੂੰ ਐਡਰੈਸ ਕਰਦੇ ਆ। ਤੇ ਇਸੇ ਟਾਈਮ ਤੇ ਜਿਹੜੇ ਅਸਥਾਈ ਪ੍ਰਧਾਨ ਟੈਂਪਰੇਰੀ ਪ੍ਰੈਜ਼ੀਡੈਂਟ ਚੁਣੇ ਜਾਂਦੇ ਨੇ ਉਹ ਕੌਣ ਨੇ ਸਚਿਦਾਨੰਦ सिन्हा। ये सारे क्वेश्चन पता नहीं किन्नी बार कॉम्पीटिटिव जिन्ने मैं करा रही हैं सिर्फ क्वेश्चन ने पता नहीं किन्नी बार कॉम्पीटिटिव एग्जाम्स के पूछे जा चुके हैं, ठीक है। तो अस्थाई प्रेजिडेंट कौन सी सचिदानंद सिन्हा। ये बहुत बार क्वेश्चन पूछा गया पहले अस्थाई प्रेजिडेंट जे लिखा हूँ अस्थाई टैंपरेरी, ठीक है। तो कौन है सचिदानंद सिन्हा जी। वैसे पूछन पहले प्रेजिडेंट कौन सी तां भी सचिदानंद सिन्हा। पर जे पूछने पहले स्थाई कौन सी मैं अगे जाके करवाऊंगी। पहले स्थाई कौन बने सी साडे डॉक्टर राजेंद्र प्रसाद, ठीक है। तो पर अस्थाई हुंदा जिहड़े बहुत थोड़े समय दे लई, ठीक है। एक चीज़ होर ध्यान दे विच रखियो कि जिहड़ी 9 दसंबर 1946 ਨੂੰ ਪਹਿਲੀ ਮੀਟਿੰਗ ਹੋਈ ਸੀ ਸੰਵਿਧਾਨ ਸਭਾ ਦੀ ਉਹਦਾ ਮੁਸਲਿਮ ਲੀਗ ਨੇ ਬਾਈਕਾਟ ਕਰਤਾ ਸੀ ਕਿਉਂਕਿ ਇਸ ਦੌਰਾਨ ਮੁਸਲਿਮ ਲੀਗ ਆਪਦੀ ਅਲੱਗ ਸੰਵਿਧਾਨ ਸਭਾ ਦੀ ਮੰਗ ਕਰ ਰਹੀ ਸੀ। ਉਸ ਤੋਂ ਬਾਅਦ ਦੂਜੀ ਮੀਟਿੰਗ ਹੁੰਦੀ ਆ 11 ਦਸੰਬਰ 1946 ਦੇ ਵਿੱਚ, ਠੀਕ ਹੈ। ਇੱਥੇ ਜਿਹੜੇ ਪਰਮਾਨੈਂਟ ਸਥਾਈ ਪ੍ਰਧਾਨ ਕੌਣ ਬਣਦੇ ਹੈਗੇ ਆ ਡਾਕਟਰ ਰਾਜੇਂਦਰ प्रसाद। मोस्ट इंपॉर्टेंट क्वेश्चन इत्थे उलझना नहीं। पहले अस्थाई जिहड़े 2-3 दिनों वास्ते ही बने सी कौन सी सचिदानंद सिन्हा। उस तो बाद इलैक्शन करवाए जाते हैं तो किहनूं अपॉइंट किया जाता है पहले प्रेजिडेंट डॉक्टर राजेंद्र प्रसाद नूं 11 दसंबर 1946 नूं, ठीक है जी। इस दौरान ही जिहड़े HC मुखर्जी ਤਾਂ SC ਮੁਖਰਜੀ ਨੂੰ ਕੀ ਚੁਣਿਆ ਜਾਂਦਾ ਹੈਗਾ ਸੰਵਿਧਾਨ ਸਭਾ ਦੇ ਵਾਈਸ ਚੇਅਰਮੈਨ ਤੇ ਲੀਗਲ ਐਡਵਾਈਜ਼ਰ ਕੌਣ ਚੁਣੇ ਜਾਂਦੇ ਨੇ BN ਰਾਓ, ठीक है। तो BN ਰਾਓ कौन सीगे कॉन्स्टिट्यूशन ਦੇ लीगल एडवाइजर यानी कि कानूनी सलाहकार। ये सारिया चीज़ां बड़ियां ही इंपॉर्टेंट ने, ठीक है जी। तो कानूनी सलाहकार कौन बने BN ਰਾਓ। उस तो बाद 13 दसंबर 1946 ਨੂੰ ਕੀ ਹੁੰਦਾ ऑब्जेक्टिव रेजोल्यूशन। ये भी बड़ा इंपॉर्टेंट आ किन्ना ने पेश किया सी ऑब्जेक्टिव रेजोल्यूशन ਨੂੰ जवाहर लाल नेहरू जी ने। जवाहर लाल नेहरू भारत के पहले PM है ना। जिहड़े प्रेजिडेंट सी कौन सी भारत के पहले राजेंद्र प्रसाद। डॉक्टर जिहड़े पंडित जवाहर लाल नेहरू जी सी उन्होंने 13 दसंबर 1946 ਨੂੰ ऑब्जेक्टिव रेजोल्यूशन आ जिहड़ा संविधान सभा दे विच पेश किया। ये असल दे विच की आ प्रस्तावना जिन्हों असीं अगे जाके प्रस्तावना के तौर पर अडॉप्ट किया। जिहड़ी अज संविधान की प्रस्तावना हैगी असल दे विच आह सी, ठीक है। ऑब्जेक्टिव रेजोल्यूशन प्रस्तावना किवें दा कॉन्स्टिट्यूशन होना चाहिए एक आउटलाइन आ जिहड़ी जवाहर लाल नेहरू जी ने 13 दसंबर 1946 ਨੂੰ पेश की। तो इनू आ जिहड़ा प्रस्तावना के तौर पर 22 जनवरी ਨੂੰ की कर लिया गया अडॉप्ट। इस जिहड़े जो रेजोल्यूशन ऑब्जेक्टिव रेजोल्यूशन जवाहर लाल नेहरू ने पाया सी पेश किया सी उन्होंने कदों अडॉप्ट कर लिया गया स्वीकार कर लिया गया 22 जनवरी 1940। बाद 22 जुलाई 1947 ਨੂੰ साडा जो राष्ट्रीय झंडा, ठीक है, नैशनल राष्ट्रीय ध्वज नैशनल फ्लैग भारत का जिहड़ा नैशनल फ्लैग है 22 जुलाई 1947 ਨੂੰ कॉन्स्टिट्यूशन असैंबली ने अडॉप्ट किया। 15 अगस्त 1947 ਨੂੰ साडा देश आज़ाद हो गया, ठीक है। देश आज़ाद हो गया तो जिहड़े साडे 399 मैंबर सी संविधान सभा के किन्ने रह गए 299। दो हिस्सों के विच भारत की डिवाइडेशन हो गई, ठीक है। कुछ हिस्सा सी जिहड़ा किधर चला गया पाकिस्तान दे विच ते कुछ हिस्सा किहदे च रख दिता गया भारत दे विच। उस तो बाद 29 अगस्त 1947 ਨੂੰ मोस्ट इंपॉर्टेंट चीज़
ड्राफ्टिंग कमेटी खरड़ा खरड़ा समिति जिन्होंने आखदे आ पंजाबी दे विच खरड़ा समिति स्थापित की गई किहदी पर कौन सी इहदे हैड कौन सी मोस्ट इंपॉर्टेंट क्वेश्चन डॉक्टर अंबेडकर डॉक्टर बी एन अम्बेडकर ठीक है जी भीमराव अंबेडकर डॉक्टर भीमराव अंबेडकर सी जिहड़े ड्राफ्टिंग कमेटी दे प्रधान बने ते इन्हां दे नाल ही जिहड़े 6 होर मैंबर भी इस कमेटी दे विच शामिल सीगे मतलब टोटल 7 हो गए। उस तो बाद 26 नवंबर 1947 नूं जिहड़ा पूरा संविधान सीगा उहनूं की कर लिता गया उहनूं ਆਪਾਂ ਕੀ ਅਡਾਪਟ कर लिया। जे तुहाडे तो क्वेश्चन पुछन कि उन्होंने अडॉप्ट कदों किया संविधान नूं स्वीकार कदों किया बन चुकिया संविधान इत्थे 26 नवंबर 1949 नूं 26 नवंबर 1949 नूं बन चुका सी सब कुछ हो गया सी पर इनू इस दिन लागू नहीं किया गया। क्यों नहीं किया गया क्यों लागू किया गया 26 जनवरी 1950 नूं इनू लागू किया गया रीजन की सीगा वो इत्थे आके दसूंगी ठीक है। तो बस 26 नवंबर जे क्वेश्चन पूछने इत्थे बहुत बच्चे कन्फ्यूज हो जाते हैं जे क्वेश्चन पूछा जाए कि भारतीय संविधान कदों अडॉप्ट किया गया तो तुहाडा आंसर होगा 26 नवंबर 1949 मोस्ट इंपॉर्टेंट डेट ठीक है 26 नवंबर 1949 पर जे कहण कदों लागू होया तो लागू होया साडा 26 जनवरी 1950 ठीक है। उस तो बाद 24 जनवरी 1950 नूं जिहड़ी लास्ट मीटिंग हुंदी आ आखिरी मीटिंग कदों हुंदी आ लास्ट मीटिंग 24 जनवरी 1950 नूं ते इसे दिन ही जिहड़ा साडा नैशनल सॉन्ग आ मतलब वंदे मातरम ठीक है नैशनल सॉन्ग वंदे मातरम ते नैशनल एंथम जनगण मन ठीक है नैशनल एंथम जनगण मन जिन्हों किने बनाया सीगा आर.बी. टैगोर ने रविंद्रनाथ टैगोर ने ते नैशनल सॉन्ग सी जिहड़ा साडा वंदे मातरम बंकिम चंद्र चैटर्जी ने जिन्हों बनाया। तो ये जिहड़े दोनों सॉन्ग ते साडा नैशनल एंथम दोनों नूं भारती असैंबली के द्वारा भारती जो संविधान सभा असैंबली उहदे द्वारा कदों अडॉप्ट किया गया 24 जनवरी 1950 नूं ते जो आखिरी संविधान साडे कोल इस दिन मौजूद सीगा उहदे विच टोटल की अनुच्छेद जिन्हों असीं आर्टिकल आखदे आ सीगे ठीक है 22 इहदे भाग सी 22 भाग जानी कि जिन्हों हुण असीं आखदे आ पार्ट्स ठीक है ते 8 सी जिहड़ियां इहदे च अनुसूचियां जानी कि शेड्यूल ठीक है। जे पुछन के जदों संविधान बनिया सी उदों किन्ने सीगे 385 22 8 हुण आ जिहड़े किन्ने हो चुके आ 470 अनुच्छेद आ 25 भाग आ ते 12 अनुसूचियां एट प्रेजेंट ठीक है क्लीयर है। जदों बनिया सी साडे कोल उस टाइम ते इन्ना कुछ इहदे शामिल सी बाद 26 जनवरी पहला ही क्या कि इत्थे बन चुकिया सब कुछ हो चुकिया सिर्फ 26 जनवरी 1950 नूं लागू किया। क्यों किया इन्ने दिन क्यों वेट की गई क्योंकि 1929 ठीक है 1929 दे विच की होया लाहौर अधिवेशन जवाहर लाल नेहरू जी की प्रधानगी दे विच ते जिहड़ा 31 दिसंबर 1929 नूं सीगा जिहड़ा झंडा लहराया गया रावी नदी के उपर तो उस तो बाद 26 जनवरी 1930 नूं ठीक है जी 26 जनवरी 1930 नूं पहला जिहड़ा स्वतंत्रता दे डे ठीक है फर्स्ट इंडिपेंडेंस डे डिक्लेयर किया गया जिहड़ा साडा स्वतंत्रता दिवस डिक्लेयर किया गया सी 26 जनवरी नूं ते इस 26 जनवरी नूं याद रखण वास्ते ही 26 जनवरी 1950 नूं जिहड़ा साडा संविधान लागू ठीक है जे ऑप्शन दे विच होया इंप्लीमेंट तो इंप्लीमेंट का मतलब की आ तो इंप्लीमेंट कदों होया साडा संविधान 26 जनवरी 1950 नूं किन्ने साल लगे इनू बनन दे विच 2 साल 11 महीने ते 18 दिन का कुल समा लगा इनू बनन दे विच टोटल 114 जिहड़ियां बहस होईयां ते 6.4 मिलियन के लगभग आ जिहड़ा इहदे उपर खर्चा किया गया ते अल्टीमेटली जो संविधान साडे कोल इस टाइम है जिहदे अकॉर्डिंग पूरी जिहड़ी सरकार आ पूरा भारत एक तरीके नाल काम कर रहा तो वो किहदे करके है इस संविधान दे करके अगे असीं इहदे च पढ़ांगे इहदी हिस्टरी की आ क्योंकि जिहड़ा संविधान बनिया इनू बनना बेशक 1946 दे विच शुरू हो गया सी पर इहदे पिछे मैं अगेन क्योंकि इस तो पहला साडे कोल की सीगा ब्रिटिश गौरमेंट इंडिया दे विच रूल कर रही सी तो उन्हां दे अंडर डेफिनेटली कोई छोटिया छोटिया चीज़ां होईयां होणगियां कि भारतीय संविधान आ जिहड़ा वो अपना जिहड़ा आखिरी रूप लैके गया ठीक है। तो उन्हां बारे मैं अगेन जो भी करवाऊंगी बहुत ब्रीफ दे विच कराऊंगी जिन्ना मैनूं तुहाडे लई लगदा कि इंपॉर्टेंट है।
संविधान सभा ਦੇ ਲਈ ਬਹੁਤ ਸਾਰੀਆਂ ਕਮੇਟੀਆਂ ਵੀ ਡਿਊਰਿੰਗ ਬਣੀਆਂ ਸੀ, ਜਿਹਦੇ ਵਿੱਚ ਆਪਣੇ ਕੋਲ ਪਹਿਲੀ ਹੈ ਸਟੀਅਰਿੰਗ ਕਮੇਟੀ। ਸਟੀਅਰਿੰਗ ਕਮੇਟੀ ਦੇ ਜਿਹੜੇ ਚੇਅਰਮੈਨ ਸੀ ਉਹ ਸੀਗੇ KM ਮੁੰਸ਼ੀ। ਠੀਕ ਹੈ ਜੀ, KM ਮੁੰਸ਼ੀ ਕੌਣ ਸੀ ਸਾਡੇ ਕੋਲ ਸਟੀਅਰਿੰਗ ਕਮੇਟੀ ਦੇ ਚੇਅਰਮੈਨ। ਉਸ ਤੋਂ ਬਾਅਦ ਆਪਣੇ ਕੋਲ ਡਰਾਫਟਿੰਗ ਕਮੇਟੀ, ਉਸ ਤੋਂ ਬਾਅਦ ਆਪਣੇ ਕੋਲ ਰੂਲ ਆਫ ਪ੍ਰੋਸੀਜਰ ਕਮੇਟੀ। ਰੂਲ ਆਫ ਪ੍ਰੋਸੀਜਰ ਕਮੇਟੀ ਦੇ ਪ੍ਰਧਾਨ ਚੇਅਰਮੈਨ ਆਪਣੇ ਕੋਲ ਕੌਣ ਸੀਗੇ? ਸੰਵਿਧਾਨ ਸਭਾ ਦੇ ਲਈ ਕਾਫੀ ਸਾਰੀਆਂ ਕਮੇਟੀਆਂ ਵੀ ਬਣਾਈਆਂ ਗਈਆਂ ਸੀ, ਜਿਹਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਹੈਗੀ ਆ ਸਟੀਅਰਿੰਗ ਕਮੇਟੀ। ਸਟੀਅਰਿੰਗ ਕਮੇਟੀ ਦੇ ਚੇਅਰਮੈਨ ਕੌਣ ਸੀਗੇ? KM ਮੁੰਸ਼ੀ। KM ਮੁੰਸ਼ੀ ਦੇ ਪ੍ਰਧਾਨ ਸੀ ਡਾਕਟਰ। ਰੂਲ ਆਫ ਪ੍ਰੋਸੀਜਰ ਕਮੇਟੀ, ਰੂਲ ਆਫ ਪ੍ਰੋਸੀਜਰ ਕਮੇਟੀ ਦੇ ਸੀਗੇ ਡਾਕਟਰ ਰਜਿੰਦਰ ਪ੍ਰਸਾਦ। ਡਰਾਫਟਿੰਗ ਕਮੇਟੀ ਜਿਹਨੂੰ ਖਰੜਾ ਕਮੇਟੀ ਆਖਦੇ ਇਹਨਾਂ ਦੇ ਕੌਣ ਸੀ? ਡਾਕਟਰ ਅੰਬੇਦਕਰ, ਜਿਹੜੇ ਕਿ ਸਾਡੇ ਪਹਿਲੇ ਲਾਅ ਮਿਨਿਸਟਰ ਵੀ ਰਹੇ। UN ਪਾਵਰ ਕਮੇਟੀ ਐਂਡ ਕਮੇਟੀ ਔਨ ਯੂਨੀਅਨ ਕਨਸਟੀਟਿਊਸ਼ਨ, ਕੇਂਦਰ ਦਾ ਜੋ ਸੰਵਿਧਾਨ ਆ ਉਹਦੇ ਨਾਲ ਰਿਲੇਟਡ ਤੇ ਜੋ ਕੇਂਦਰ ਦੇ ਕੋਲ ਸ਼ਕਤੀਆਂ ਨੇ ਉਹਦੇ ਨਾਲ ਰਿਲੇਟਡ ਦੀ ਕਮੇਟੀ ਜੋ ਸਥਾਪਿਤ ਕੀਤੀ ਗਈ, ਉਹਦੇ ਪ੍ਰਧਾਨ ਕੌਣ ਸੀਗੇ? ਡਾਕਟਰ ਪੰਡਿਤ ਜਵਾਹਰ ਲਾਲ ਨਹਿਰੂ। ਪੰਡਿਤ ਜਵਾਹਰ ਲਾਲ ਨਹਿਰੂ। ਉਸ ਤੋਂ ਬਾਅਦ ਪ੍ਰੋਵਿੰਸ਼ਲ ਕਮੇਟੀ ਯਾਨੀ ਕਿ ਪ੍ਰਾਂਤਾਂ ਦੀ ਜੋ ਕਮੇਟੀ ਬਣਾਈ ਗਈ ਪ੍ਰਾਂਤਾਂ ਦੇ ਲਈ, ਤੇ ਨਾਲ ਹੀ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰ ਤੇ ਮਾਈਨੋਰਿਟੀਜ਼ ST SC ਇਹਨਾਂ ਦੇ ਲਈ। ਠੀਕ ਹੈ, ਸ਼ਡਿਊਲ ਕਾਸਟਾਂ ਜੋ ਘੱਟ ਗਿਣਤੀ ਲੋਕ ਨੇ ਉਹਨਾਂ ਦੇ ਲਈ ਡਿਸਕਸ਼ਨ ਕਰਨ ਦੇ ਲਈ ਜੋ ਦੋ ਕਮੇਟੀਆਂ ਬਣੀਆਂ ਉਹਨਾਂ ਦੇ ਸੀਗੇ ਪਟੇਲ ਦਾ ਵੱਲਭ ਭਾਈ ਪਟੇਲ। ਠੀਕ ਹੈ ਜੀ, ਵੱਲਭ ਭਾਈ ਪਟੇਲ। ਕਲੀਅਰ ਜੀ, ਇਹ ਸੀ ਸਾਡੀਆਂ ਕਮੇਟੀਆਂ। मैं क्या सीगा कि ਅਸੀਂ ਪਿਛੋਕੜ ਬਾਰੇ ਵੀ ਡਿਸਕਸ ਕਰਾਂਗੇ। ਤਾਂ ਦੇਖੋ ਜੋ ਇਤਿਹਾਸਿਕ ਪਿਛੋਕੜ, ਕਿਉਂਕਿ ਸੰਵਿਧਾਨ ਸਾਡਾ ਕਮੇਟੀ ਕਦੋਂ ਬਣੀ ਆ, ਸੰਵਿਧਾਨ ਸਭਾ ਦੇ ਲਈ ਸੰਵਿਧਾਨ ਸਭਾ ਕਦੋਂ ਸੈਟਅਪ ਹੋਈ 1946 ਦੇ ਵਿੱਚ, ਪਰ ਪਿੱਛੋਂ ਹੀ ਜਿਹੜਾ ਜੋ ਸਾਡਾ ਅੱਜ ਸੰਵਿਧਾਨ ਆ ਉਹਦੀਆਂ ਬਹੁਤ ਗੱਲਾਂ ਅਸੀਂ ਪਿੱਛੋਂ ਹੀ ਚੁੱਕੇ ਆ। ਠੀਕ ਹੈ, ਇਹਨਾਂ ਚੀਜ਼ਾਂ ਤੋਂ ਹੀ ਸਾਨੂੰ ਲੱਗਾ ਕਿ ਸਾਨੂੰ ਸੰਵਿਧਾਨ ਹੋਣਾ ਚਾਹੀਦਾ ਤੇ ਇਸ ਤਰੀਕੇ ਦਾ ਸੰਵਿਧਾਨ ਹੋਵੇ, ਇਸ ਤਰੀਕੇ ਦੀ ਸੰਵਿਧਾਨ ਸਭਾ ਹੋਵੇ। ਤਾਂ ਸਾਡੇ ਲਈ ਜਿਹੜਾ 1973 ਦੇ ਵਿੱਚ ਕਿਹੜਾ ਇੱਕ ਕਾਨੂੰਨ ਮਤਲਬ ਐਕਟ ਬਣਾਇਆ ਗਿਆ ਉਹ ਸੀਗਾ ਰੈਗੂਲੇਟਿੰਗ ਐਕਟ। ਠੀਕ ਹੈ ਜੀ, ਜਿਹਦੇ 'ਚ ਗਵਰਨਰ ਜਨਰਲ ਬੰਗਾਲ, ਕਿਉਂਕਿ ਜਦੋਂ ਬਕਸਰ ਦੀ ਲੜਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਦੇ 'ਚ ਕਲਾਈਵ ਦਾ ਰੋਲ ਬੜਾ ਇੰਪੋਰਟੈਂਟ ਰਿਹਾ, ਤੇ ਕਲਾਈਵ ਨੇ ਜਦੋਂ ਬੰਗਾਲ ਦੇ ਉੱਪਰ ਅਧਿਕਾਰ ਕੀਤਾ ਤਾਂ ਨਾਲ ਹੀ ਉੱਥੇ ਆਪਦੇ ਆਪ ਨੂੰ ਕੀ ਡਿਕਲੇਅਰ ਕਰਤਾ? ਬੰਗਾਲ ਦਾ ਗਵਰਨਰ। ਪਰ ਇੱਥੇ ਜਿਹੜਾ ਅਹੁਦਾ ਆਇਆ ਉਹ ਕਿਸੇ ਬੰਗਾਲ ਦੇ ਇਕੱਲੇ ਗਵਰਨਰ ਦੀ ਜਗ੍ਹਾ ਦੇ ਉੱਪਰ ਗਵਰਨਰ ਜਨਰਲ ਦਾ ਅਹੁਦਾ ਦੇ ਦਿੱਤਾ ਗਿਆ। ਸਾਡੇ ਜਿਵੇਂ ਹੁਣ ਰਾਸ਼ਟਰਪਤੀ ਆ ਨਾ, ਉਸੇ ਤਰੀਕੇ ਦਾ ਅਹੁਦਾ ਗਵਰਨਰ ਜਨਰਲ ਜਿਹੜਾ ਹੁੰਦਾ ਸੀ, ਸਭ ਤੋਂ ਵੱਡਾ ਅਹੁਦਾ ਹੁੰਦਾ ਸੀ ਬ੍ਰਿਟਿਸ਼ ਰੂਲ ਦੇ ਅੰਡਰ ਇੰਡੀਆ ਦੇ ਵਿੱਚ। ਠੀਕ ਹੈ ਜੀ, ਤੇ ਪਹਿਲੇ ਜਿਹੜੇ ਸਾਡੇ ਗਵਰਨਰ ਜਨਰਲ ਬਣੇ ਸੀ ਉਹ ਕੌਣ ਸੀ? ਵਾਰਨ ਹੇਸਟਿੰਗਸ। ਉਸ ਤੋਂ ਬਾਅਦ 1774 ਦੇ ਵਿੱਚ ਸੁਪਰੀਮ ਕੋਰਟ, ਰੈਗੂਲੇਟਿੰਗ ਐਕਟ ਕਦੋਂ ਬਣਿਆ? 1773। 1774 ਦੇ ਵਿੱਚ ਸੁਪਰੀਮ ਕੋਰਟ ਸਥਾਪਿਤ ਕੀਤੀ ਗਈ। ਕਿੱਥੇ? ਕਲਕੱਤਾ ਦੇ ਵਿੱਚ। ਇੰਪੇ ਸੀਗੇ ਜਿਹੜੇ ਇਹਦੇ ਪਹਿਲੇ ਮਤਲਬ ਚੀਫ ਜਸਟਿਸ ਸੀ, ਇਲਿਜਾ ਇੰਪੇ। ਠੀਕ ਹੈ, ਬੋਰਡ ਆਫ ਡਾਇਰੈਕਟਰ ਵੀ ਇਹਦੇ 'ਚ ਹੀ ਸਥਾਪਿਤ ਕੀਤਾ ਗਿਆ। ਬੋਰਡ ਆਫ ਡਾਇਰੈਕਟਰ, ਬੋਰਡ ਆਫ ਡਾਇਰੈਕਟਰ ਦੀ ਸਥਾਪਨਾ ਇਹਦੇ ਅੰਡਰ ਕੀਤੀ ਗਈ। ਠੀਕ ਹੈ ਜੀ, ਉਸ ਤੋਂ ਬਾਅਦ ਪਿਟਸ ਇੰਡੀਆ ਐਕਟ ਆ ਗਿਆ। ਪਿਟਸ ਇੰਡੀਆ ਐਕਟ ਕਦੋਂ ਆਇਆ? 1784 ਈਸਵੀ ਦੇ ਵਿੱਚ, ਜਿਹਦੇ 'ਚ ਡਾਇਰਕੀ ਸਿਸਟਮ ਨੂੰ ਇੰਟਰੋਡਿਊਸ ਕੀਤਾ ਗਿਆ, ਦੋਹਰਾ ਸ਼ਾਸਨ ਪ੍ਰਬੰਧ, ਜਿਹਦੇ 'ਚ ਦੋ ਚੀਜ਼ਾਂ ਦੇ ਵਿੱਚ ਪੂਰਾ ਇਹਨਾਂ ਨੇ ਰਾਜ ਪ੍ਰਬੰਧ ਵੰਡਤਾ। ਕਿਹਦੇ 'ਚ? ਇੱਕ ਤਾਂ ਬੋਰਡ ਡਾਇਰੈਕਟਰ ਮਤਲਬ ਬੋਰਡ ਆਫ ਡਾਇਰੈਕਟਰ, ਜਿਹਦੀ ਕਿ ਇੱਥੇ ਸਥਾਪਨਾ ਹੋ ਚੁੱਕੀ ਸੀ, ਉਹਨੂੰ ਸਿਰਫ ਵਪਾਰਕ ਖੇਤਰ ਦਿੱਤਾ ਗਿਆ। ਵਪਾਰ ਦੇ ਨਾਲ ਰਿਲੇਟਡ ਇਹਨੇ ਫੈਸਲੇ ਲੈਣੇ ਸੀ। ਇੱਥੇ ਧਿਆਨ 'ਚ ਰੱਖਿਓ ਕਿ ਇੱਥੇ ਸਾਡੇ ਕੋਲ ਈਸਟ ਇੰਡੀਆ ਕੰਪਨੀ ਆ, ਸਾਰਾ ਜਿਹੜਾ ਸਿਸਟਮ ਹੈਗਾ ਜ਼ਿਆਦਾਤਰ ਈਸਟ ਇੰਡੀਆ ਕੰਪਨੀ ਦੇ ਅੰਡਰ ਹੀ ਚੱਲ ਰਿਹਾ। ਤੇ ਬੋਰਡ ਆਫ ਕੰਟਰੋਲ ਜਿਹੜਾ ਹੈਗਾ ਉਹ ਬੋਰਡ ਆਫ ਕੰਟਰੋਲ ਨੂੰ ਕਿਹੜਾ ਕੰਮ ਦੇ ਦਿੱਤਾ ਗਿਆ? ਰਾਜਨੀਤਿਕ ਕੰਮ। ਠੀਕ ਹੈ, ਤੇ ਇੱਥੇ ਮਤਲਬ ਈਸਟ ਇੰਡੀਆ ਕੰਪਨੀ ਇੱਕ ਤਰੀਕੇ ਨਾਲ ਅਸੀਂ ਆਖੇ ਬੋਰਡ ਆਫ ਡਾਇਰੈਕਟਰਸ ਨੇ ਜਿਹੜੇ ਉਹਨਾਂ ਕੋਲ ਕੀ ਆ ਗਿਆ? ਵਪਾਰਕ ਕੰਮ ਦੇ ਦਿੱਤਾ ਗਿਆ, ਤੇ ਬੋਰਡ ਆਫ ਕੰਟਰੋਲ ਨੂੰ ਸਾਰੇ ਰਾਜਨੀਤਿਕ ਮੁੱਦੇ ਸੌਂਪ ਦਿੱਤੇ ਗਏ। ਚਾਰਟਰ ਐਕਟ 1833 ਈਸਵੀ ਦੇ ਵਿੱਚ ਜਿਹੜਾ ਗਵਰਨਰ ਜਨਰਲ ਸੀ ਬੰਗਾਲ ਦਾ, ਠੀਕ ਹੈ, ਆਪਾਂ ਕਿਹਾ ਇੱਥੇ ਗਵਰਨਰ ਜਨਰਲ ਆਫ ਬੰਗਾਲ ਦਾ ਉਹਦਾ ਨਿਯੁਕਤ ਕੀਤਾ ਗਿਆ। ਤਾਂ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀਗਾ ਉਹਦੇ ਲਈ ਕਿਹੜਾ ਨਾਮ ਯੂਜ਼ ਕਰਨਾ ਸ਼ੁਰੂ ਕਰਤਾ? ਗਵਰਨਰ ਜਨਰਲ ਆਫ ਇੰਡੀਆ, ਭਾਰਤ ਦਾ ਗਵਰਨਰ ਜਨਰਲ, ਜਿਹੜਾ ਕਿ ਉਹਦਾ ਬਹੁਤ ਵੱਧ ਗਿਆ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਗਵਰਨਰ ਜਨਰਲ। ਗਵਰਨਰ ਜਨਰਲ ਆ ਜਿਹੜਾ ਗਵਰਨਰ ਜਨਰਲ ਦੀ ਗਵਰਨਮੈਂਟ ਹੁੰਦੀ ਸੀ ਜਿਹੜੀ, ਇੱਥੇ ਤਿੰਨ ਨਾਮ ਸੀ ਆਪਣੇ ਕੋਲ। ਇੱਕ ਹੈਗਾ ਗਵਰਨਰ ਜਨਰਲ ਬੰਗਾਲ ਦਾ, ਉਹਦਾ ਨਾਮ ਬਦਲ ਕੇ ਕੀ ਕਰਤਾ? ਗਵਰਨਰ ਜਨਰਲ ਆਫ ਇੰਡੀਆ। ਤੇ ਜਿਹੜੀ ਗਵਰਨਰ ਜਨਰਲ ਦੀ ਗਵਰਨਮੈਂਟ ਸੀ, ਸਰਕਾਰ ਸੀ, ਉਹਦਾ ਨਾਮ ਬਦਲ ਕੇ ਕੀ ਕਰਤਾ? ਗਵਰਨਮੈਂਟ ਆਫ ਇੰਡੀਆ, ਭਾਰਤ ਦੀ ਸਰਕਾਰ। ਠੀਕ ਹੈ, ਤੇ ਜੀ ਕੌਂਸਲ ਯਾਨੀ ਕਿ ਗਵਰਨਰ ਜਨਰਲ ਜੋ ਕੌਂਸਲ ਸੀ ਉਹਦਾ ਨਾਮ ਬਦਲ ਕੇ ਕੀ ਕਰਤਾ? ਇੰਡੀਅਨ
ਕੌਂਸਲ, ਠੀਕ ਹੈ ਜੀ। ਇਹ ਚੇਂजेस ਨੇ ਜਿਹੜੀਆਂ ਇੱਥੇ ਕੀਤੀਆਂ ਗਈਆਂ। ਨਾਲ ਹੀ ਇੱਥੇ ਪਹਿਲੀ ਵਾਰ ਸਿਵਲ ਸਰਵਿਸਿਜ਼ ਦੇ ਲਈ ਓਪਨ ਕੰਪੀਟੀਸ਼ਨ ਸ਼ੁਰੂ ਕਰਤਾ। ਇਹ ਨਹੀਂ ਸੀਗਾ ਕਿ ਇਕੱਲੇ ਬ੍ਰਿਟਿਸ਼ ਹੀ ਆਉਣਗੇ, ਬਾਕੀ ਸਾਰਿਆਂ ਦੇ ਲਈ ਵੀ ਇਹ ਖੋਲ ਦਿੱਤਾ ਗਿਆ। ਸਿਵਲ ਸਰਵਿਸਿਜ਼ ਜਿਹੜੀਆਂ ਸੇਵਾਵਾਂ ਨੇ ਉਹ ਸਾਰੀਆਂ ਖੋਲ ਦਿੱਤੀਆਂ ਗਈਆਂ। ਇੱਥੇ ਲਾਅ ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਪਹਿਲਾ ਲਾਅ ਕਮਿਸ਼ਨ ਕਿਹਦੇ ਅੰਡਰ? ਮੈਕਾਲੇ ਦੇ ਅੰਡਰ, ਠੀਕ ਹੈ ਜੀ। ਉਸ ਤੋਂ ਬਾਅਦ ਚਾਰਟਰ ਐਕਟ ਆਇਆ 1853 ਦਾ। ਇਹਦੇ ਵਿੱਚ ਕੀ ਕੀਤਾ ਗਿਆ ਕਿ ਜਿਹੜੀ ਲੈਜਿਸਲੇਟਿਵ ਕਾਉਂਸਲ ਸੀ ਉਹਦੀ ਸਥਾਪਨਾ ਕੀਤੀ ਗਈ ਤੇ ਇੱਥੇ ਚਾਰਟਰ ਐਕਟ ਦੇ ਅੰਡਰ ਹੀ ਜਿਹੜਾ ਆਪਾਂ ਕਹੀਏ 1833 ਦਾ ਚਾਰਟਰ ਐਕਟ ਸੀ, ਉਹ 'ਚ ਜੋ ਸਿਵਲ ਸਰਵਿਸਿਜ਼ ਸੀਗੀਆਂ ਜੋ ਲਾਂਚ ਕੀਤੀਆਂ ਗਈਆਂ, ਉਹਦੇ 'ਚ ਕੀ ਚੇਂਜ ਮੇਨ ਆਈ ਕਿ ਜੋ ਸਾਡਾ 1853 ਸੀ, 1853 ਦੇ ਆਸ-ਪਾਸ ਡਾਕਟਰ ਸਤਿੰਦਰ ਨਾਥ ਟੈਗੋਰ, ਠੀਕ ਹੈ ਜੀ, ਸਤਿੰਦਰ ਨਾਥ ਟੈਗੋਰ ਨੇ ਜਿਹੜੇ ਉਹ ਪਹਿਲੇ ਪਰਸਨ ਬਣੇ, ਪਹਿਲੇ ਇੰਡੀਅਨ ਬਣੇ ਜਿਨ੍ਹਾਂ ਨੇ ਸਿਵਲ ਸਰਵਿਸਿਜ਼ ਨੂੰ ਕਰੈਕ ਕਰਕੇ ਕੀ ਜੁਆਇਨ ਕੀਤਾ ਜੀ, ਫਸਟ ਇੰਡੀਅਨ ਬਣੇ ਜਿਨ੍ਹਾਂ ਨੇ ਜੁਆਇਨ ਕੀਤਾ ਸਿਵਲ ਸਰਵਿਸਿਜ਼ ਨੂੰ, ਠੀਕ ਹੈ ਜੀ। ਆਪਾਂ ਕਿਉਂਕਿ ਇੱਥੇ ਪੜਿਆ ਕਿ ਇੱਥੇ ਓਪਨ ਕਰ ਦਿੱਤੀਆਂ ਗਈਆਂ ਸਰਵਿਸਿਜ਼ ਹਨਾ, ਤਾਂ ਸਤਿੰਦਰ ਨਾਥ ਟੈਗੋਰ ਇਹਨੂੰ ਇਸ ਪੇਪਰ ਨੂੰ ਕਰੈਕ ਕਰਨ ਵਾਲੇ ਜਿਹੜੇ ਪਹਿਲੇ ਭਾਰਤੀ ਬਣੇ ਸੀ ਸਤਿੰਦਰ ਨਾਥ ਟੈਗੋਰ, ਜਿਨ੍ਹਾਂ ਨੇ ਸਿਵਲ ਸਰਵਿਸਿਜ਼ ਨੂੰ ਜੁਆਇਨ ਵੀ ਕੀਤਾ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਗਵਰਨਮੈਂਟ ਆਫ ਇੰਡੀਆ ਐਕਟ 1858, ਬ੍ਰਿਟਿਸ਼ ਜਿਹੜੀ ਬਿਗੇਸਟ ਚੇਂਜ ਆਈ ਹੈ ਨਾ ਇੱਥੇ 1757 ਦਾ ਵਿਦਰੋਹ ਹੋ ਗਿਆ। ਵਿਦਰੋਹ ਦੇ ਕਾਰਨ ਜਿਹੜਾ ਈਸਟ ਇੰਡੀਆ ਕੰਪਨੀ ਦੇ ਅੰਡਰ ਜੋ ਰੂਲ ਸੀਗਾ ਉਹ ਰੂਲ ਬਿਲਕੁਲ ਖਤਮ ਕਰ ਦਿੱਤਾ ਗਿਆ। ਜਦੋਂ 1858 ਦਾ ਐਕਟ ਬਣਦਾ, ਮਤਲਬ 1757 ਦੀ ਪੂਰੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਤੋਂ ਬਾਅਦ 1858 ਈਸਵੀ ਵਿੱਚ ਈਸਟ ਇੰਡੀਆ ਦਾ ਰੂਲ ਬਿਲਕੁਲ ਖਤਮ ਕਰਕੇ ਰੂਲ ਕਿਹਦੇ ਅੰਡਰ ਸਿੱਧਾ ਚੱਲ ਗਿਆ? ਉਹ ਸਰਕਾਰ ਦੇ ਜਿਹੜੀ ਕਿ ਇੰਗਲੈਂਡ ਦੇ ਵਿੱਚ ਰੂਲ ਕਰ ਰਹੀ ਸੀ। ਮਤਲਬ ਕਿ ਜਿਹੜਾ ਕਰਾਊਨ ਸੀ, ਜੋ ਰਾਜੇ ਸੀ ਉਸ ਟਾਈਮ ਤੇ, ਜੋ ਕਰਾਊਨ ਦਾ ਰੂਲ ਸੀਗਾ, ਠੀਕ ਹੈ, ਉਹਨਾਂ ਦੇ ਅੰਡਰ ਹੀ, ਮਤਲਬ ਕਰਾਊਨ ਦੇ ਅੰਡਰ ਹੀ ਸਿੱਧਾ ਸਾਡਾ ਰਾਜ ਹੋਣਾ ਸ਼ੁਰੂ ਹੋ ਗਿਆ। ਸਿੱਧਾ ਇੰਗਲੈਂਡ ਦੇ ਅਧੀਨ ਹੀ ਅਸੀਂ ਆ ਗਏ। ਪਹਿਲਾਂ ਉਹਨਾਂ ਦੀ ਇੱਕ ਬ੍ਰਾਂਚ ਈਸਟ ਇੰਡੀਆ ਕੰਪਨੀ ਦੇ ਅੰਡਰ ਸੀ, ਠੀਕ ਹੈ ਜੀ। ਤੇ ਈਸਟ ਇੰਡੀਆ ਕੰਪਨੀ ਇੱਥੇ ਕੀ ਕਰਤੀ? ਖਤਮ, ਅਬੋਲਿਸ਼ ਕਰ ਦਿੱਤੀ ਗਈ। ਇੱਥੇ ਹੀ ਜਿਹੜਾ ਗਵਰਨਮੈਂਟ, ਦੇਖੋ ਪਹਿਲਾ ਨਾਮ ਕੀ ਸੀ? ਗਵਰਨਰ ਜਨਰਲ ਆਫ ਬੰਗਾਲ, ਠੀਕ ਹੈ। 33 ਦੇ ਵਿੱਚ ਗਵਰਨਰ ਜਨਰਲ ਬੰਗਾਲ ਦਾ ਉਹਦਾ ਬਦਲ ਕੇ ਗਵਰਨਰ ਜਨਰਲ ਆਫ ਇੰਡੀਆ ਕਰਤਾ ਤੇ 1858 ਦੇ ਵਿੱਚ ਗਵਰਨਰ ਜਨਰਲ ਦਾ ਨਾਮ, ਇੰਡੀਆ ਦਾ ਨਾਮ ਬਦਲ ਕੇ ਕੀ ਕਰਤਾ? ਵਾਇਸਰਾਏ। ਜੇ ਪੁੱਛ ਲੈਣ ਕਿ ਭਾਰਤ ਦਾ ਆਖਰੀ ਗਵਰਨਰ ਜਨਰਲ ਤੇ ਪਹਿਲਾ ਵਾਇਸਰਾਏ ਕੌਣ ਸੀਗਾ, ਠੀਕ ਹੈ, तो कैनिंग, लॉर्ड कैनिंग। 1857 ਦੀ ਵਿਦਰੋਹ ਦੇ ਸਮੇਂ ਵੀ ਵਾਇਸਰਾਏ ਜਦ ਕਿ ਗਵਰਨਰ ਜਨਰਲ ਕੌਣ ਸੀ? ਕੈਨਿੰਗ, ਠੀਕ ਹੈ। ਸੈਕਟਰੀ ਇਸ ਤੋਂ ਬਾਅਦ ਨਾਲ ਹੀ ਇੱਥੇ ਭਾਰਤ ਦੇ ਵਿੱਚ ਪੂਰਾ ਜਿਹੜਾ ਸੀ ਬੰਦੋਬਸਤ ਕਰਨ ਦੇ ਲਈ ਸੈਕਟਰੀ ਆਫ ਸਟੇਟ ਦੀ ਸਥਾਪਨਾ ਵੀ ਭਾਰਤ ਦੇ ਵਿੱਚ ਕੀਤੀ ਗਈ, ਸੈਕਟਰੀ ਆਫ ਸਟੇਟ ਆਫ ਇੰਡੀਆ ਦੀ, ਠੀਕ ਹੈ। ਇੱਥੇ ਥੋੜਾ ਵੀ ਧਿਆਨ ਦੇ ਵਿੱਚ ਰੱਖਿਓ, ਜੇ ਪੁੱਛ ਲੈਣ ਗਵਰਨਰ ਜਨਰਲ ਪਹਿਲਾ ਕੌਣ ਸੀ? ਵਾਰਨ ਹੇਸਟਿੰਗ। ਜਦੋਂ ਇੱਥੇ ਨਾਮ ਬਦਲ ਦਿੱਤਾ ਗਿਆ, ਗਵਰਨਰ ਜਨਰਲ ਆਫ ਇੰਡੀਆ ਕਰ ਦਿੱਤਾ ਗਿਆ ਤੇ ਇਸ ਟਾਈਮ ਸੀ ਇੱਥੇ ਵਾਰਨ ਹੇਸਟਿੰਗ, ਵਾਰਨ ਹੇਸਟਿੰਗ, ਠੀਕ ਹੈ ਜੀ। ਅੱਗੇ ਆਪਣੇ ਕੋਲ ਇੰਡੀਅਨ ਕਾਉਂਸਲ ਐਕਟ। ਇੰਡੀਅਨ ਕਾਉਂਸਲ ਐਕਟ ਦੇ ਅੰਡਰ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਜੋ ਲੈਜਿਸਲੇਟਿਵ ਕਾਉਂਸਲ ਇੱਥੇ ਸੈਟਅਪ ਕੀਤੀ ਗਈ ਹੈ ਚਾਰਟਰ ਐਕਟ 1853 ਦੇ ਵਿੱਚ, ਉੱਥੇ 3 ਭਾਰਤੀ ਸ਼ਾਮਲ ਕੀਤੇ ਗਏ। ਕਿਹੜੇ? ਸਰ ਦਿਨਕਰ ਰਾਓ, ਪਟਿਆਲਾ ਦਾ ਮਹਾਰਾਜਾ ਤੇ ਬਨਾਰਸ ਦਾ ਰਾਜਾ, ਇਹਨਾਂ ਨੂੰ ਸ਼ਾਮਲ ਕੀਤਾ ਗਿਆ। ਨਾਲ ਹੀ ਪੋਰਟਫੋਲੀਓ ਸਿਸਟਮ। ਪੋਰਟਫੋਲੀਓ ਸਿਸਟਮ ਕੀ ਹੈ? ਜਿਵੇਂ ਹੁਣ ਸਾਡੇ ਵੀ ਐਜੂਕੇਸ਼ਨ ਮਿਨਿਸਟਰ ਅਲੱਗ ਆ, ਖੇਤੀਬਾੜੀ ਮਿਨਿਸਟਰ ਅਲੱਗ ਆ, ਤੇ ਇਸ ਤਰੀਕੇ ਨਾਲ ਵਿਭਾਗ ਵੰਡ ਦਿੱਤੇ ਗਏ, ਠੀਕ ਹੈ। ਤਾਂ ਅਸੀਂ ਪੋਰਟਫੋਲੀਓ ਸਿਸਟਮ ਇੱਥੋਂ ਚੱਕਿਆ ਹੋਇਆ। ਵਾਇਸਰਾਏ ਨੂੰ ਅਧਿਆਦੇਸ਼ ਯਾਨੀ ਕਿ ਆਰਡੀਨੈਂਸ ਹੁਣ ਜਾਰੀ ਕਰਨ ਦਾ ਅਧਿਕਾਰ ਕਿਹਦੇ ਕੋਲ ਆ? ਸਾਡੇ ਪ੍ਰੈਜ਼ੀਡੈਂਟ ਦੇ ਕੋਲ, ਹਨਾ। ਤਾਂ ਜਿਹੜੇ ਆਰਡੀਨੈਂਸ ਨੇ ਉਹ ਜਾਰੀ ਕਰ ਸਕਦਾ ਸੀਗਾ ਵਾਇਸਰਾਏ ਤੋਂ। ਅਸੀਂ ਕਿੱਥੋਂ ਚੱਕੀ ਹੈਗੀ ਆਰਡੀਨੈਂਸ ਜਾਰੀ ਕਰਨ ਦੀ? ਇੰਡੀਅਨ ਜਿਹੜਾ ਸੀ 1861 ਵਾਲਾ, ਠੀਕ ਹੈ, ਜਿਹਦੇ ਚ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਕਿਹਨੂੰ ਦਿੱਤਾ ਗਿਆ? ਵਾਇਸਰਾਏ ਨੂੰ। ਦੈਨ ਆਪਣੇ ਕੋਲ ਇੰਡੀਅਨ ਕਾਉਂਸਲ ਐਕਟ 1909 ਦਾ ਜਿਹੜਾ ਐਕਟ ਹੈ ਇਸ ਨੂੰ ਮੌਂਟੇਗੋ ਮਾਰਲੇ ਮਿੰਟੋ, ਠੀਕ ਹੈ, ਮਾਰਲੇ ਮਿੰਟੋ ਐਕਟ ਵੀ ਆਖਦੇ ਆ, ਮਾਰਲੇ ਮਿੰਟੋ, ਠੀਕ ਹੈ, ਮਾਰਲੇ ਮਿੰਟੋ ਐਕਟ ਵੀ ਆਖਿਆ ਜਾਂਦਾ ਹੈ, ਮਾਰਲੇ ਮਿੰਟੋ ਰਿਫਾਰਮ ਵੀ ਆਖਿਆ ਜਾਂਦਾ। ਇਹਦੇ ਚ ਪਹਿਲੇ ਭਾਰਤੀ ਵਾਇਸਰਾਏ ਐਗਜ਼ੀਕਿਊਟਿਵ ਜਿਹੜੀ ਕਾਉਂਸਲ ਸੀਗੀ, ਜਿਵੇਂ ਲੈਜਿਸਲੇਟਿਵ ਕਿਹੜੀ ਹੁੰਦੀ ਆ? ਵਿਧਾਨ ਸਭਾ ਵਾਲੀ ਕਾਉਂਸਲ ਆ, ਠੀਕ ਹੈ, ਲੈਜਿਸਲੇਟਿਵ ਨਿਆਂ ਵਾਲੀ ਕਾਉਂਸਲ ਆ। ਤਾਂ ਉਸੇ ਤਰੀਕੇ ਨਾਲ 3 ਤਰ੍ਹਾਂ ਦੀਆਂ ਕਾਉਂਸਲ ਹੁੰਦੀਆਂ ਨੇ, ਐਗਜ਼ੀਕਿਊਟਿਵ, ਜੁਡੀਸ਼ਰੀ ਤੇ ਲੈਜਿਸਲੇਟਿਵ, ਠੀਕ ਹੈ। ਤਾਂ ਜਿਹੜੀ ਸਾਡੇ ਕੋਲ ਕਾਰਜਪਾਲਿਕਾ ਹੈਗੀ ਆ ਭਾਰਤ ਦੀ, ਤਾਂ ਇਹ ਜਿਹੜੀ ਕਾਰਜਪਾਲਿਕਾ ਐਗਜ਼ੀਕਿਊਟਿਵ ਕਾਉਂਸਲ ਕਿਹੜੀ ਹੁੰਦੀ ਹੈ? ਕਾਰਜਪਾਲਿਕਾ। ਵਿਧਾਨ ਪਾਲਿਕਾ ਕਿਹੜੀ ਹੁੰਦੀ ਹੈ? ਲੈਜਿਸਲੇਟਿਵ। ਤਾਂ ਇੱਥੇ ਪੰਜਾਬੀ ਦੇ ਨਾਮ ਵਿਧਾਨਕ, ਠੀਕ ਹੈ, ਤੇ ਕਿਹੜੀ ਹੈਗੀ ਹੈ? ਕਾਰਜਪਾਲਿਕਾ। ਤਾਂ ਜਿਹੜੀ ਪਹਿਲਾ ਭਾਰਤੀ ਸੀ ਜੋ ਵਾਇਸਰਾਏ ਦੀ ਕਾਰਜਕਾਰਨੀ ਕਾਉਂਸਲ ਦਾ ਹਿੱਸਾ ਬਣਿਆ ਸੀ, ਉਹ ਕੌਣ ਆ? ਸਤਿੰਦਰ ਪ੍ਰਸਾਦ ਸਿਨਹਾ। ਤੇ ਨਾਲ ਹੀ ਮੋਸਟ ਇੰਪੋਰਟੈਂਟ ਕੁਐਸਚਨ, ਇਹਦੇ ਚ ਪਹਿਲੀ ਵਾਰ ਮੁਸਲਮਾਨਾਂ ਨੂੰ ਅਲੱਗ ਵੋਟ ਦਾ ਅਧਿਕਾਰ ਦੇ ਕੇ
ਬੀ ਬੋਏ ਗਏ ਸੀਗੇ ਅਲੱਗਵਾਦ ਦੇ, ਠੀਕ ਹੈ ਜੀ, ਅਲੱਗ ਹੋਣ ਦੇ ਬੀ ਬੋ ਦਿੱਤੇ ਗਏ ਸੀ ਇੱਥੇ ਜਦੋਂ ਮੁਸਲਮਾਨ ਵਰਗ ਨੂੰ ਅਲੱਗ ਜਿਹੜਾ ਸੀਗਾ ਵੋਟ ਪਾਉਣ ਦਾ ਅਧਿਕਾਰ ਦੇਤਾ। ਫਿਰ ਗਵਰਨਮੈਂਟ ਆਫ ਇੰਡੀਆ ਐਕਟ 1999 ਆਇਆ ਜਿਹਨੂੰ ਮੌਂਟੇਗੋ ਚੈਮਸਫੋਰਡ ਵੀ ਆਖਦੇ ਆ, ਚੈਮਸਫੋਰਡ ਆਖਦੇ ਆ, ਠੀਕ ਹੈ ਜੀ, ਸੁਧਾਰ ਆਖਦੇ। ਇਹਦੇ ਚ ਕੀ ਕੀਤਾ ਗਿਆ, ਡਾਇਰਕੀ ਸਿਸਟਮ ਜਾਂ ਦੋਹਰੀ ਸ਼ਾਸਨ ਪ੍ਰਣਾਲੀ, ਦੋਹਰੀ ਸ਼ਾਸਨ ਪ੍ਰਣਾਲੀ ਦੋ ਹਿੱਸਿਆਂ ਦੇ ਵਿੱਚ ਅਧਿਕਾਰ ਵੰਡ ਦਿੱਤੇ ਗਏ, ਠੀਕ ਹੈ, ਰਿਜ਼ਰਵ ਵਿਸ਼ੇ ਰੱਖ ਦਿੱਤੇ ਗਏ, ਕੁਝ ਟ੍ਰਾਂਸਫਰ ਵਿਸ਼ੇ ਰੱਖ ਦਿੱਤੇ ਗਏ ਤੇ ਪੂਰਾ ਸਿਸਟਮ ਕਿੱਥੇ ਲਾਗੂ ਕੀਤਾ ਗਿਆ, ਪ੍ਰਾਂਤਾਂ ਦੇ ਵਿੱਚ। ਤੇ ਬਾਈਕੈਮਰਲਿਜ਼ਮ ਦੋ ਸਦਨੀ ਜਿਹੜਾ ਪ੍ਰਬੰਧ ਸੀ, ਜਿਵੇਂ ਹੁਣ ਵੀ ਸਾਡੇ ਹੈ ਪਾਰਲੀਮੈਂਟ ਦੇ ਦੋ ਸਦਨ, ਤਾਂ ਉਸ ਤਰੀਕੇ ਦਾ ਸਿਸਟਮ ਕਿੱਥੇ ਇੰਟਰੋਡਿਊਸ ਕੀਤਾ ਗਿਆ, ਕੇਂਦਰ ਦੇ ਵਿੱਚ ਇਸ ਐਕਟ ਦੇ ਰਾਹੀਂ। ਤੇ ਨਾਲ ਹੀ ਜੋ ਸਿਰਫ ਇੱਥੇ 1909 ਦੇ ਐਕਟ ਵਿੱਚ ਸਿਰਫ ਮੁਸਲਮਾਨਾਂ ਨੂੰ ਅਲੱਗ ਵੋਟ ਦਾ ਅਧਿਕਾਰ ਦਿੱਤਾ ਸੀ, ਇੱਥੇ ਪੂਰੇ ਸਿੱਖ, ਕ੍ਰਿਸਚੀਅਨ, ਐਂਗਲੋ ਸਾਰਿਆਂ ਨੂੰ ਅਲੱਗ-ਅਲੱਗ ਵੋਟ ਦਾ ਅਧਿਕਾਰ ਦੇ ਦਿੱਤਾ ਗਿਆ। ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਐਕਟ 1935, ਇਸ ਐਕਟ ਦੇ ਵਿੱਚੋਂ ਅਸੀਂ ਬਹੁਤ ਕੁਝ ਚੱਕਿਆ ਹੈਗਾ, ਸੰਵਿਧਾਨ ਆਪਦੀ ਜੋ ਪ੍ਰੈਜ਼ੈਂਟ ਸੰਵਿਧਾਨ ਸਭਾ ਹੈਗੀ ਆ, ਠੀਕ ਹੈ, ਫੈਡਰੇਸ਼ਨ ਦੀ ਸਥਾਪਨਾ ਇਹਦੇ 'ਚ ਹੋਈ। ਨਾਲ ਹੀ ਜਿਹੜੀਆਂ ਰੈਜ਼ੀਡਰ ਪਾਵਰ ਸੀ, ਰੈਜ਼ੀਡਰੀ ਪਾਵਰਸ ਹੁੰਦੀਆਂ ਜਿਹੜੀਆਂ ਬਚੀਆਂ ਹੋਈਆਂ ਸ਼ਕਤੀਆਂ ਹੁੰਦੀਆਂ ਨਾ, ਇਹਨਾਂ ਨੂੰ ਵੀ ਅਸੀਂ ਅੱਗੇ ਜਾ ਕੇ ਪੜਾਂਗੇ। ਇਹ ਕਿਹਨੂੰ ਦੇ ਦਿੱਤੀਆਂ ਗਈਆਂ, ਵਾਇਸਰਾਏ ਨੂੰ। ਤੇ ਡਾਇਰਕੀ ਜਿਹੜੀ ਕਿ ਇੱਥੇ ਕਿੱਥੇ ਸੀਗੀ, ਪ੍ਰਾਂਤਾਂ ਦੇ ਵਿੱਚ, ਉਹਨੂੰ ਕਿੱਥੇ ਲਾਗੂ ਕਰ ਦਿੱਤਾ ਗਿਆ, ਕੇਂਦਰ ਦੇ ਵਿੱਚ, ਠੀਕ ਹੈ। ਉੱਥੇ ਜੋ ਪ੍ਰਾਂਤਾਂ ਦੇ ਵਿੱਚ ਲਾਗੂ ਸੀ, ਸਾਡੇ ਕੋਲ 1919 ਦੇ ਵਿੱਚ ਪ੍ਰਾਂਤਾਂ ਦੇ ਵਿੱਚ ਇੰਟਰੋਡਿਊਸ ਕੀਤੀ ਗਈ ਦੋਹਰੀ ਸ਼ਾਸਨ ਪ੍ਰਣਾਲੀ, ਉਹ ਦੋਹਰੀ ਸ਼ਾਸਨ ਪ੍ਰਣਾਲੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਅੰਡਰ ਕਿੱਥੇ ਕਰ ਦਿੱਤੀ ਗਈ, ਕੇਂਦਰ ਦੇ ਵਿੱਚ ਤੇ ਪ੍ਰਾਂਤਾਂ ਦੇ ਵਿੱਚੋਂ ਖਤਮ ਕਰ ਦਿੱਤੀ ਗਈ। ਉਸ ਤੋਂ ਬਾਅਦ ਆਖਰੀ ਐਕਟ ਪਾਸ ਹੋਇਆ ਇੰਡੀਅਨ ਇੰਡੀਪੈਂਡੈਂਸ ਐਕਟ 1947, ਜਿਹਦੇ ਰਾਹੀਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋ ਗਿਆ, ਠੀਕ ਹੈ। ਉਸ ਤੋਂ ਪਹਿਲਾਂ ਹੀ ਸਾਡੀ ਸੰਵਿਧਾਨ ਸਭਾ ਦੀ ਸਥਾਪਨਾ ਹੋ ਚੁੱਕੀ ਸੀ 1946 ਦੇ ਵਿੱਚ, ਤੇ ਚੱਲਦੇ 1950 ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਦੋਂ ਸੰਵਿਧਾਨ ਨੂੰ ਅਡਾਪਟ ਕੀਤਾ ਤਾਂ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚੋਂ ਵੀ ਚੱਕੀਆਂ। ਜੋ ਪੁਰਾਣਾ ਜੋ ਸਾਡਾ ਜੋ ਗਵਰਨਮੈਂਟ ਇੱਥੇ ਰਾਜ ਕਰਕੇ ਗਈ ਸੀ, ਉਹਨਾਂ ਤੁਸੀਂ ਬੜੇ ਆਈਡੀਆਜ਼ ਲਏ ਆਪਦੇ ਸੰਵਿਧਾਨ ਸਭਾ ਦੇ ਲਈ, ਠੀਕ ਹੈ ਜੀ। ਤਾਂ ਇਹਦੇ ਨਾਲ ਰਿਲੇਟਡ MCQs ਕਿਵੇਂ ਦੇ ਆਉਣਗੇ ਉਹਦੀ ਕਲਾਸ ਵੀ ਤੁਹਾਨੂੰ ਜਲਦੀ ਡੈਮੋ ਕਲਾਸ ਪ੍ਰੋਵਾਈਡ ਕੀਤੀ ਜਾਊਗੀ। ਥੈਂਕ ਯੂ ਸੋ ਮਚ। ਜੇ ਤੁਹਾਨੂੰ ਸਾਡੀਆਂ ਕਲਾਸਿਸ ਪਸੰਦ ਆ ਰਹੀਆਂ ਨੇ ਤਾਂ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਜਿਹੜੇ ਬੱਚੇ ਪੇਡ ਕੋਰਸ ਲੈਣਾ ਚਾਹੁੰਦੇ ਨੇ ਉਹ ਸਾਡੀ ਐਪ ਜੋ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਦਿੱਤੀ ਜਾਊਗੀ, ਉਸ ਐਪ ਨੂੰ ਡਾਊਨਲੋਡ ਕਰਕੇ ਉੱਥੇ ਡੈਮੋ ਕਲਾਸਿਸ ਦੇਖ ਕੇ ਜਿਹੜਾ ਹੈਗਾ ਕੋਰਸ ਲੈ ਸਕਦੇ ਹੋ ਪੰਜਾਬ ਪੁਲਿਸ ਕਾਂਸਟੇਬਲ ਦਾ। ਥੈਂਕ ਯੂ ਸੋ ਮਚ।